बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਯੂਸਫ ਦੀ ਜੋ ਕਹਾਣੀ ਹੈ, ਜ਼ੁਲੈਖਾ ਦੀ ਕਹਾਣੀ ਹੈ, ਠੀਕ ਹੈ, ਕਿੱਸਾ ਹੈ, ਉਸ ਬਾਰੇ ਪੜ੍ਹਾਂਗੇ ਜੋ ਕਿ ਕਿੱਸਾ ਕਾਵਿ ਦੇ ਵਿੱਚ ਦਰਜ ਹੈ ਬੱਚੋ। ਅਤੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਹਾਫਿਜ਼ ਬਰਖੁਰਦਾਰ ਦੀ ਜ਼ਿੰਦਗੀ ਦੇ ਬਾਰੇ ਕੁਝ ਚਾਨਣਾ ਜ਼ਰੂਰ ਪਾਵਾਂਗੀ। ਹਾਫਿਜ਼ ਬਰਖੁਰਦਾਰ 17ਵੀਂ ਸਦੀ ਦਾ ਪ੍ਰਸਿੱਧ ਕਿੱਸਾਕਾਰ ਹੈ। ਆਪ ਦੇ ਜਨਮ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਆਪ ਨੇ 3 ਕਿੱਸੇ ਸੱਸੀ ਪੁੰਨੂ, ਮਿਰਜ਼ਾ ਸਾਹਿਬਾਂ ਅਤੇ ਯੂਸਫ ਜ਼ੁਲੈਖਾ ਲਿਖੇ ਹਨ। ਇਹਨਾਂ ਕਿੱਸਿਆਂ ਤੋਂ ਇਲਾਵਾ ਕੁਝ ਹੋਰ ਰਚਨਾਵਾਂ ਵੀ ਹਾਫਿਜ਼ ਬਰਖੁਰਦਾਰ ਦੇ ਨਾਂ ਅਧੀਨ ਲਿਖੀਆਂ ਗਈਆਂ ਹਨ। ਹਾਫਿਜ਼ ਬਰਖੁਰਦਾਰ ਨੇ ਯੂਸਫ ਜ਼ੁਲੈਖਾ ਦੀ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਕਵਿਤਾਇਆ ਹੈ। ਆਪ ਦੀਆਂ ਰਚਨਾਵਾਂ ਵਿੱਚ ਪੰਜਾਬੀ ਜਿਹੜੀ ਹੈਗੀ ਆ ਫਾਰਸੀ ਸ਼ਬਦਾਵਲੀ ਦੀ ਬਹੁਤ ਭਰਮਾਰ ਹੈ। ਆਪ ਨੇ ਕਿੱਸਿਆਂ ਨੂੰ ਫਲਸਫਿਆਨਾ ਰੰਗਣ ਦਿੱਤੀ ਹੈ, ਠੀਕ ਹੈ ਨਾ। ਖਾਸ ਕਰਕੇ ਯੂਸਫ ਜ਼ੁਲੈਖਾ ਦੇ ਕਿੱਸੇ ਵਿੱਚ ਇਹ ਰੰਗ ਵਧੇਰੇ ਉਘੜਿਆ ਹੈ। ਹਥਲੇ ਕਾਵਿ ਸੰਗ੍ਰਹਿ ਵਿੱਚ ਆਪ ਦੀ ਰਚਨਾ ਯੂਸਫ ਜ਼ੁਲੈਖਾ ਵਿੱਚੋਂ ਅਤੇ ਆਪ ਨੇ ਬਹੁਤ ਸਾਰੀਆਂ ਰਚਨਾਵਾਂ ਇਸ ਦੇ ਵਿੱਚ ਕੀਤੀਆਂ ਨੇ, ਠੀਕ ਹੈ ਨਾ। ਜਿਵੇਂ ਯੂਸਫ ਦੀ ਖੂਬਸੂਰਤੀ ਦੀ ਪ੍ਰਸ਼ੰਸਾ, ਮਿਸਰ ਦੀਆਂ ਔਰਤਾਂ ਦਾ ਯੂਸਫ ਨੂੰ ਦੇਖ ਕੇ ਸੁੱਧ ਬੁੱਧ ਗਵਾਉਣਾ, ਜ਼ੁਲੈਖਾ ਦੇ ਹੁਸਨ ਦੀ ਪ੍ਰਸ਼ੰਸਾ, ਜ਼ੁਲੈਖਾ ਦਾ 7 ਛੱਤਾਂ ਮਹਿਲ ਬਣਾਉਣਾ, ਯੂਸਫ ਦਾ ਸ਼ਿਕਾਰ ਖੇਡਣ ਚੜ੍ਹਨਾ ਅਤੇ ਕਾਫਲੇ ਵਾਲਿਆਂ ਦਾ ਆਉਣਾ ਅਤੇ ਯੂਸਫ ਨੂੰ ਖੂਹ ਵਿੱਚੋਂ ਬਾਹਰ ਕੱਢਣਾ ਨਾਲ ਸੰਬੰਧਿਤ ਬੰਦ ਸ਼ਾਮਿਲ ਕੀਤੇ ਗਏ ਹਨ। ਹਾਫਿਜ਼ ਬਰਖੁਰਦਾਰ ਨੇ ਯੂਸਫ ਅਤੇ ਜ਼ੁਲੈਖਾ ਦੀ ਸੁੰਦਰਤਾ ਦਾ ਵਰਣਨ ਕਰਨ ਲਈ ਤਸ਼ਬੀਹਾਂ ਫਾਰਸੀ ਸ਼ਬਦਾਵਲੀ ਵਿੱਚੋਂ ਦਿੱਤੀਆਂ ਹਨ ਬੱਚਿਓ। ਬਹੁਤ ਸੋਹਣਾ ਲਿਖਿਆ ਅਤੇ ਉਹਨਾਂ ਦੀ ਖੂਬਸੂਰਤੀ ਦਾ ਜੋ ਵਰਣਨ ਕੀਤਾ ਹੈ ਨਾ, ਅਤੇ ਹਾਫਿਜ਼ ਬਰਖੁਰਦਾਰ ਜੀ ਨੇ ਬਹੁਤ ਸੋਹਣਾ ਕੀਤਾ ਬੱਚਿਓ, ਬਹੁਤ ਅਤਿਅੰਤ ਸੁੰਦਰ ਹੈ। ਅਤੇ ਚਲੋ ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਪ੍ਰਸੰਗ ਲਿਖਾਂਗੇ ਬੱਚਿਓ, ਅਤੇ ਹਰ ਇੱਕ ਕਾਵਿ ਟੋਟੇ ਦਾ ਇਹੋ ਪ੍ਰਸੰਗ ਹੋਏਗਾ। ਅਤੇ ਬਸ ਜਿਹੜਾ ਆਪਾਂ ਪ੍ਰਸੰਗ ਦੇ ਜਿਹੜੀ ਅੰਤਲੀ ਲਾਈਨ ਹੈ ਨਾ, ਉਹਦੇ ਵਿੱਚ ਵਿਆਖਿਆ ਦੀਆਂ ਸਤਰਾਂ ਲੈ ਲਾਂਗੇ ਆਪਾਂ, ਠੀਕ ਹੈ ਨਾ। ਅਤੇ ਜਿਵੇਂ ਇਹ ਕਾਵਿ ਟੋਟਾ ਹਾਫਿਜ਼ ਬਰਖੁਰਦਾਰ ਦੇ ਕਿੱਸੇ ਯੂਸਫ ਜ਼ੁਲੈਖਾ ਵਿੱਚੋਂ ਲਿਆ ਗਿਆ ਹੈ ਅਤੇ ਇਹ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਯੂਸਫ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਸਿਰਲੇਖ ਹੇਠ ਦਰਜ ਹੈ। ਇਹਨਾਂ ਸਤਰਾਂ ਵਿੱਚ ਕਵੀ ਨੇ ਯੂਸਫ ਦੀ ਅਦਭੁਤ ਸੁੰਦਰਤਾ ਦਾ ਉਲੇਖ ਕੀਤਾ ਹੈ। ਉਲੇਖ ਮਤਲਬ ਇਹ ਸਾਰਾ ਆਪਾਂ ਵਿਆਖਿਆ ਦੇ ਸਤਰਾਂ ਦੇ ਵਿੱਚੋਂ ਹੀ ਲਵਾਂਗੇ, ਹੈ ਨਾ। ਅਤੇ ਫਿਰ ਸ਼ੁਰੂ ਕਰਦੇ ਹਾਂ ਬੱਚਿਓ ਆਪਾਂ ਯੂਸਫ ਦੀ ਖੂਬਸੂਰਤੀ ਦੀ ਪ੍ਰਸ਼ੰਸਾ। ਹਰ ਹਰ ਬਹੁਤ ਤਮਾਸ਼ਾ ਡੀਠਾ ਆਦਮ ਵਿੱਚ ਸਫਾਂ ਦੇ। ਸਫਾ ਕੀ ਹੁੰਦਾ? ਕਤਾਰਾਂ, ਠੀਕ ਹੈ। ਚੰਨ ਜਿਵੇਂ ਤਾਰਿਆਂ ਵਿੱਚ ਰੌਸ਼ਨ, ਯੂਸਫ ਵਿੱਚ ਉਹਨਾਂ ਦੇ। ਵੀ ਭੀੜ ਇਕੱਠੀ, ਆਦਮ ਦਾ ਮਤਲਬ ਆਦਮੀਆਂ ਦੀ ਬਹੁਤ ਜ਼ਿਆਦਾ ਭੀੜ ਇਕੱਠੀ ਹੋਈ ਹੋਈ ਸੀ, ਕਤਾਰਾਂ ਲੱਗੀਆਂ ਹੋਈਆਂ ਸਨ ਅਤੇ ਸਾਰੇ ਤਮਾਸ਼ਾ ਇੱਕ ਅਦਭੁਤ ਤਮਾਸ਼ਾ ਡਿੱਠਾ। ਵੀ ਉੱਥੇ ਜਿਹੜਾ ਜਿਵੇਂ ਤਾਰਿਆਂ ਦੇ ਵਿੱਚ ਚੰਨ ਰੌਸ਼ਨ ਹੁੰਦਾ ਨਾ, ਇਸ ਤਰ੍ਹਾਂ ਜਿਹੜਾ ਯੂਸਫ ਉਹ ਸਾਰੀ ਭੀੜ ਦੇ ਵਿੱਚੋਂ ਰੌਸ਼ਨ ਸੀ। ਮਜਲਿਸ ਵਿੱਚ ਚਿਰਾਗਾਂ ਰੌਸ਼ਨ। ਮਜਲਿਸ ਦਾ ਮਤਲਬ ਕੀ ਹੁੰਦਾ? ਸਭਾ। ਚਿਰਾਗਾ ਮਤਲਬ ਦੀਵਾ। ਮਜਲਿਸ ਵਿੱਚ ਚਿਰਾਗਾ ਰੌਸ਼ਨ, ਸਫਾ ਅੰਦਰ ਰੋਸ਼ਨਾਈ। ਬਾਦਸ਼ਾਹਾਂ ਛੱਤਰ ਉਹ ਦਿਸੇ, ਖੂਬੀ ਤੀਰ ਨਗਾਹੀ, ਠੀਕ ਹੈ। ਉਹ ਸਾਰੀ ਮਨੁੱਖਾਂ ਦੀ ਸਭਾ ਦੇ ਵਿੱਚੋਂ ਬਹੁਤ ਸੋਹਣਾ ਲੱਗ ਰਿਹਾ ਸੀ, ਜਿਸ ਤਰ੍ਹਾਂ ਬਾਦਸ਼ਾਹਾਂ ਦੇ ਸਿਰ ਉੱਪਰ ਛਤਰ ਸ਼ੋਭਦਾ ਹੈ। ਉਸ ਦੀਆਂ ਨਿਗਾਹਾਂ ਦੀ ਵਿਸ਼ੇਸ਼ਤਾ ਦਰਸਾਉਣ ਲਈ ਉਹਨਾਂ ਨੂੰ ਤਿੱਖੇ ਤੀਰਾਂ ਨਾਲ ਉਪਮਾ ਦੇਣੀ ਬਣਦੀ ਹੈ, ਮਤਲਬ ਇੰਨਾ ਸੋਹਣਾ ਉਹ ਲੱਗ ਰਿਹਾ ਹੁੰਦਾ ਹੈ। ਹੁਸਨ ਯੂਸਫ ਦੀ ਹੱਦ ਨਾ ਕਾਈ, ਕਿਆ ਤਮਸੀਲ ਸੁਣਾਈ, ਠੀਕ ਹੈ ਨਾ। ਅਤੇ ਤਮਸੀਲ ਦਾ ਮਤਲਬ ਕੀ ਹੁੰਦਾ? ਉਪਮਾ। ਜੀਬਾ ਕੱਲੀ ਕਿੱਥੋਂ ਪਹੁੰਚੇ, ਮਦੇ ਯੂਸਫ ਦੇ ਤਾਈਂ, ਠੀਕ ਹੈ ਨਾ। ਉਹ ਕਹਿੰਦੇ ਨੇ ਵੀ ਯੂਸਫ ਦੇ ਹੁਸਨ ਦੀ ਕੋਈ ਹੱਦ ਨਹੀਂ ਸੀ ਅਤੇ ਉਸ ਦੀ ਕਿਸੇ ਨਾਲ ਉਪਮਾ ਨਹੀਂ ਸੀ ਕੀਤੀ ਜਾ ਸਕਦੀ। ਉਸ ਦੀ ਸੁੰਦਰਤਾ ਬਿਆਨ ਤੋਂ ਬਾਹਰ ਸੀ, ਠੀਕ ਹੈ ਨਾ। ਬਹੁਤ ਬਹੁਤ ਸੁੰਦਰਤਾ ਸੀਗੀ ਕਿ ਮੇਰੀ ਇਹ ਕਲਮ ਅਤੇ ਮੇਰੀ ਇਹ ਜੀਭ ਉਸ ਨੂੰ ਬਿਆਨ ਕਰਨ ਦੇ ਸਮਰੱਥ ਨਹੀਂ ਹੋ ਸਕਦੀ, ਠੀਕ ਹੈ। ਇੱਕ ਕਲਮ ਇੱਕ ਜੀਭ ਵਿਚਾਰੀ, ਉਹ ਲਿਖਦੇ ਨੇ ਉਹ ਵੀ ਮੇਰੀ ਕਲਮ ਅਤੇ ਜੀਭ ਕਿਚਕਰ ਕਰਸੀ ਯਾਰੀ। ਅਤੇ ਮਦੇ ਦਾ ਮਤਲਬ ਹੁੰਦਾ ਤਾਰੀਫ, ਵੀ ਮਤਲਬ ਕਿੱਦਾਂ ਇਹ ਪਹੁੰਚੇ ਉੱਥੋਂ ਤੱਕ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ। ਰੂਪ ਹਿਸਾਬ ਸ਼ੁਮਾਰ ਨਾ ਕੋਈ, ਵਾਕਿਫ ਖਲਕਤ ਸਾਰੀ। ਜੋ ਤਾਰੀਫ ਕਰੇਸੀ ਹਾਫਿਜ਼, ਲੱਖ ਹਿੱਸੇ ਥੀ ਹਿੱਸਾ। ਉਮਰੇ ਅੰਦਰ ਤਮ ਨਾ ਹੋਵੇ, ਹੁਸਨ ਯੂਸਫ ਦਾ ਕਿੱਸਾ। ਜੇ ਕੋਈ ਉਸਦੀ ਸੁੰਦਰਤਾ ਦੇ ਲੱਖ ਹਿੱਸਿਆਂ ਵਿੱਚੋਂ ਇੱਕ ਹਿੱਸੇ ਨੂੰ ਵੀ ਬਿਆਨ ਕਰਨਾ ਚਾਹੇ
ਤਾਂ ਉਸਦੀ ਸੁੰਦਰਤਾ ਦਾ ਬਿਆਨ ਉਸਦੀ ਸਾਰੀ ਉਮਰ ਵਿੱਚ ਵੀ ਖਤਮ ਨਹੀਂ ਹੋ ਸਕਦਾ, ਮਤਲਬ ਇੰਨਾ ਸੁੰਦਰ ਸੀ। ਫਿਰ ਅੱਗੇ ਆ ਗਿਆ ਮਿਸਰ ਦੀਆਂ ਔਰਤਾਂ ਦਾ ਯੂਸਫ ਨੂੰ ਦੇਖ ਕੇ ਸੁੱਧ-ਬੁੱਧ ਗਵਾਉਣਾ। ਨੈਣ ਯੂਸਫ ਦੇ ਬਲਣ ਮਸ਼ਾਲਾਂ ਝਾਤ ਜ਼ੁਲੈਖਾ ਪਾਈ। ਵੀ ਬਹੁਤ ਸੁੰਦਰ ਸੀ ਬੱਚੋ, ਹੈ ਨਾ। ਜ਼ੁਲੈਖਾ ਕੌਣ ਸੀ ਬੱਚੋ? ਠੀਕ ਹੈ, ਜ਼ੁਲੈਖਾ ਯੂਸਫ ਦੀ ਪ੍ਰੇਮਿਕਾ ਜੋ ਮਿਸਰ ਦੇ ਬਾਦਸ਼ਾਹ ਦੀ ਪਤਨੀ ਸੀ। ਠੀਕ ਆ। ਕਵੀ ਕਹਿੰਦਾ ਹੈ ਕਿ ਜਦੋਂ ਜ਼ੁਲੈਖਾ ਨੇ ਝਾਤੀ ਮਾਰ ਕੇ ਦੇਖਿਆ ਤਾਂ ਯੂਸਫ ਦੀਆਂ ਅੱਖਾਂ ਇਸ ਤਰ੍ਹਾਂ ਚਮਕਦੀਆਂ ਪ੍ਰਤੀਤ ਹੋਈਆਂ ਜਿਵੇਂ ਮਸ਼ਾਲਾਂ ਬਲ ਰਹੀਆਂ ਹੋਣ। ਅਤੇ ਜਲਬਲ ਖਾਕ ਹੋਈਆਂ ਸਭ ਰੰਨਾਂ ਤਾਬਸ਼ ਰਹੀ ਨਕਾਈ। ਖਾਕ ਦਾ ਮਤਲਬ ਕੀ ਹੁੰਦਾ ਬੱਚੋ? ਖਾਕ ਮਿੱਟੀ ਹੋ ਜਾਂਦਾ ਹੁੰਦਾ। ਤਾਬਸ਼ ਦਾ ਮਤਲਬ ਕੀ ਹੁੰਦਾ? ਨੂਰ, ਚਮਕ ਦਮਕ। ਠੀਕ ਹੈ, ਵੀ ਇੰਨਾ ਜ਼ਿਆਦਾ ਉਹਦਾ ਹੁਸਨ ਸੀ, ਉਸ ਨੂੰ ਦੇਖਣ ਵਾਲੀਆਂ ਸਾਰੀਆਂ ਜਿਹੜੀਆਂ ਔਰਤਾਂ ਸਨ ਇਸ਼ਕ ਦੀ ਅੱਗ ਵਿੱਚ ਸੜ ਕੇ ਸੁਆਹ ਹੋ ਗਈਆਂ। ਘਬਰਾਹਟ ਕਾਰਨ ਉਹਨਾਂ ਦੇ ਚਿਹਰਿਆਂ ਉੱਪਰ ਰਤਾ ਵੀ ਨੂਰ ਨਾ ਰਿਹਾ ਅਤੇ ਉਹ ਬੇਰੌਣਕੇ ਹੋ ਗਏ। ਇੱਕ ਨਾ ਚੋਲੀ ਕੱਪੜੇ ਪਾੜੇ, ਇੱਕ ਨਾ ਮਲਮਲ ਖਾਸੇ, ਵੀ ਕੱਪੜੇ ਵੀ ਪਾੜ ਲਏ, ਚੋਲੀ ਮਲਮਲ ਖਾਸੇ ਦੇ ਬਣੇ ਹੋਏ ਸੀ ਜਿਹੜੇ। ਠੀਕ ਨਾ। ਇੱਕ ਗਈਆਂ ਦਰ ਤੱਕ ਮਜਜ਼ੂਬਾ, ਇੱਕ ਕਰਨ ਪਈਆਂ ਹਾਸੇ। ਕਈ ਇਸਤਰੀਆਂ ਉਸਦੇ ਇਸ਼ਕ ਵਿੱਚ ਪਾਗਲ ਹੋ ਕੇ ਆਪਣੇ ਸਰੀਰ ਉੱਪਰ ਜਿਹੜੇ ਕੱਪੜੇ ਸੀ ਉਹਨਾਂ ਨੇ ਫਾੜ ਦਿੱਤੇ ਸਨ। ਠੀਕ ਹੈ ਨਾ। ਕਈਆਂ ਨੇ ਉਸਦੀਆਂ ਭਾਵਾਂ ਨੂੰ ਦੇਖ ਕੇ ਆਪਣੇ ਆਪ ਨੂੰ ਭੁਲਾ ਬੈਠੀਆਂ ਸਨ ਅਤੇ ਪਾਗਲਾਂ ਦੀ ਤਰ੍ਹਾਂ ਹੱਸਣ ਲੱਗ ਪਈਆਂ ਸਨ। ਪਲਕਾਂ ਤੀਰ ਜਿਗਰ ਵਿੱਚ ਮਾਰੇ ਅਬਰੂ ਖਿੱਚ ਕਮਾਨਾਂ। ਯੂਸਫ ਦੇ ਭਰਵੱਟਿਆਂ ਨੇ ਰੂਪ ਕਮਾਨਾਂ ਵਾਂਗ ਸੀ। ਠੀਕ ਹੈ, ਅਤੇ ਪਲਕਾਂ ਤੀਰਾਂ ਵਾਂਗਰ ਸੀ ਅਤੇ ਉਹ ਸਾਰੀ ਮਿਸਰ ਦੀਆਂ ਇਸਤਰੀਆਂ ਦੇ ਜਿਗਰ ਵਿੱਚ ਪਾਰ ਹੋ ਰਹੇ ਸਨ। ਠੀਕ ਹੈ ਨਾ। ਅਬਰੂ ਦਾ ਮਤਲਬ ਕਿ ਭਰਵੱਟੇ। ਠੀਕ ਹੈ। ਲੱਗੀ ਕਮਚੀ ਜ਼ੁਲਫ ਯੂਸਫ ਦੀ ਭੁੱਲਾ ਹੋਸ਼ ਜ਼ਮਾਨਾ। ਕਈਆਂ ਨੂੰ ਜਦੋਂ ਯੂਸਫ ਦੇ ਵਾਲਾਂ ਦੀ ਲਿਟ ਦੀ ਚਮਕ ਵੱਜੀ, ਕਮਚੀ ਦਾ ਮਤਲਬ ਕੀ ਹੁੰਦਾ? ਪਤਲੀ ਛਿੱਟੀ। ਠੀਕ ਹੈ, ਤਾਂ ਉਹ ਸੰਸਾਰ ਦੀ ਸਾਰੀ ਸੁੱਧ-ਬੁੱਧ ਭੁੱਲ ਗਈਆਂ। ਭੁੱਲ ਗਏ ਉਹ ਫਕਰ ਰੰਨਾਂ ਦੇ ਲਾਫਾਂ ਵਿਸਰ ਗਈਆਂ। ਫਕਰ ਕੀ ਹੁੰਦਾ? ਮਾਣ, ਲਾਫਾ, ਹੰਕਾਰ, ਡੀਂਗ। ਯੂਸਫ ਵੱਲ ਤਾਰਿਆਂ ਵਾਂਗੂ ਤਰ-ਤਰ ਵੇਖਣ ਪਈਆਂ। ਤਰ-ਤਰ ਦਾ ਮਤਲਬ ਕੀ ਹੁੰਦਾ? ਸ਼ੌਖੀ ਨਾਲ। ਠੀਕ ਹੈ, ਵੀ ਉਹ ਜਿਹੜੀਆਂ ਸਭ ਕੁਛ ਉਹਦੀ ਸੁੰਦਰਤਾ ਨੂੰ ਦੇਖ ਕੇ ਭੁੱਲ ਗਈਆਂ ਸਨ। ਇਸਤਰੀਆਂ ਉੱਤੇ ਅਜਿਹਾ ਜਾਦੂ ਹੋਇਆ ਕਿ ਉਹ ਔਰਤਾਂ ਵਾਲਾ ਸਾਰਾ ਮਾਣ ਅਤੇ ਹੰਕਾਰ ਭੁੱਲ ਗਈਆਂ ਸਨ। ਯੂਸਫ ਦੇ ਦਿਲ ਨੂੰ ਮੋਹਣ ਲਈ ਉਸ ਤਾਰਿਆਂ ਵਾਂਗ ਸ਼ੌਖੀ ਨਾਲ ਉਸ ਵੱਲ ਦੇਖ ਰਹੀਆਂ ਸਨ। ਛੁਰੀਆਂ ਨਾਲ ਤਿਰੰਜੀ ਕਰਦਿਆਂ ਪੁਰਜ਼ੇ ਹੱਥ ਕੀਤੋ ਨੇ। ਠੀਕ ਹੈ ਨਾ। ਅਤੇ ਇਸ ਦਾ ਮਤਲਬ ਹੈ ਬੱਚੋ ਤਿਰੰਜੀ ਟੁਕੜੇ ਕਰਨੇ ਕਿਸੇ ਚੀਜ਼ ਦੇ। ਠੀਕ ਹੈ, ਅਤੇ ਇੰਝ ਲੱਗ ਰਿਹਾ ਸੀ ਵੀ ਟੁਕੜੇ ਟੁਕੜੇ ਕਰ ਦਿੱਤੇ ਸਾਰਿਆਂ ਦੇ ਉਸਦੇ ਹੁਸਨ ਨੇ। ਕਲਮ ਗੁਸ਼ਤਾ ਸ਼ਿੰਗਰਫ ਖੋਈਆਂ ਸਰ ਖੱਤ ਲਿਖ ਦਿੱਤੋ ਨੇ। ਅੰਗੁਸ਼ਤਾ ਕੀ ਹੁੰਦਾ ਬੱਚਿਓ? ਉਂਗਲੀਆਂ। ਠੀਕ ਹੈ। ਸ਼ਿੰਗਰਫ ਲਾਲ ਰੰਗ ਹੁੰਦਾ ਹੈ, ਇੱਥੇ ਖੂਨ ਤੋਂ ਲਿਆ ਗਿਆ। ਸਰ ਦਾ ਮਤਲਬ ਕੀ ਹੁੰਦਾ? ਸਿਰਾ। ਵੀ ਉਹ ਆਪਣੇ ਹੱਥਾਂ ਨੂੰ ਟੁਕੜੇ ਕਰ ਰਹੀਆਂ ਸੀ ਜਿਵੇਂ ਕਲਮ ਦੀ ਤਰ੍ਹਾਂ ਘਟ ਰਹੀਆਂ ਸਨ। ਠੀਕ ਹੈ ਨਾ। ਇਸ ਤਰ੍ਹਾਂ ਉਹਨਾਂ ਦੇ ਚਿਹਰੇ ਹੋ ਗਏ ਸੀ ਅਤੇ ਉਹ ਪਾਗਲ ਹੋ ਗਈਆਂ ਸਨ ਅਤੇ ਹੱਥਾਂ ਨੂੰ ਘੜਨ ਲੱਗ ਗਈਆਂ ਸਨ। ਲਹੂ ਲਹਾਨ ਹੋ ਗਏ ਸੀ ਉਹਨਾਂ ਦੇ ਹੱਥ। ਠੀਕ ਹੈ। ਅੱਗੇ ਆ ਗਿਆ ਜ਼ੁਲੈਖਾ ਦੇ ਹੁਸਨ ਦੀ ਪ੍ਰਸ਼ੰਸਾ। ਸੂਰਤ ਇਸ ਹਿਸਾਬੋਂ ਬਾਹਰ ਕਿਆ ਕਿਆ ਸਿਫਤ ਕਜੀਵੇ। ਕਜੀਵੇ ਦਾ ਮਤਲਬ ਕਰੀਏ। ਮੂੰਹ ਮਹਿਤਾਬ ਸਨੋਬਰ ਕਾਮਤ ਅੱਖੀਂ ਰੌਸ਼ਨ ਦੀਵੇ। ਬਾਦਸ਼ਾਹ ਤੈਮੂਸ ਦੇ ਘਰ ਜੰਮੀ ਧੀ। ਠੀਕ ਹੈ ਨਾ। ਅਤੇ ਤਾਂ ਸਾਰੇ ਘਰ ਵਿੱਚ ਖੁਸ਼ੀ ਮਨਾਈ ਗਈ। ਉਸ ਦਾ ਨਾਂ ਜ਼ੁਲੈਖਾ ਰੱਖਿਆ ਗਿਆ। ਉਹ ਪੱਛਮੀ ਮੁਲਕਾਂ ਦੀ ਸ਼ਹਿਜ਼ਾਦੀ ਜਾਪਦੀ ਸੀ ਅਤੇ ਉਸ ਦੀ ਸੁੰਦਰਤਾ ਵਿੱਚ ਪਰੀਆਂ ਵਰਗੀਆਂ ਜਿਹੜੀਆਂ ਸਾਰੀਆਂ ਖੂਬੀਆਂ ਸਨ ਉਹ ਸ਼ਾਮਲ ਸਨ। ਉਸ ਦੀ ਖੂਬਸੂਰਤੀ ਦਾ ਹਿਸਾਬ ਨਹੀਂ ਸੀ ਲਾਇਆ ਜਾ ਸਕਦਾ। ਉਹ ਇੰਨੀ ਅਦਭੁਤ ਸੀ ਕਿ ਉਸ ਦੀ ਤਾਰੀਫ ਕਰਨੀ ਅਸੰਭਵ ਹੈ। ਉਸ ਦਾ ਮੂੰਹ ਚੰਨ ਚਾਨਣੀ ਵਰਗਾ ਹੈ। ਠੀਕ ਹੈ। ਕੱਦ ਲੰਮਾ ਸਨੋਬਰ ਦੇ ਰੁੱਖ ਵਰਗਾ। ਅੱਖਾਂ ਰੌਸ਼ਨ ਦੀਵਿਆਂ ਵਾਂਗ ਚਮਕਦੀਆਂ ਹਨ। ਪਲਕਾਂ ਤੀਰ ਕਮਾਨਾਂ ਅਬਰੂ। ਦੰਦ ਚੰਬੇ ਦੀਆਂ ਕਲੀਆਂ। ਠੀਕ ਹੈ। ਅਬਰੂ ਪਹਿਲਾਂ ਵੀ ਆਇਆ ਹੋਇਆ ਬੱਚੇ। ਅਬਰੂ ਦਾ ਮਤਲਬ ਭਰਵੱਟੇ। ਇੰਝ ਲੱਗਦਾ ਵੀ ਜਿਹੜੇ ਉਹਦੇ ਭਰਵੱਟੇ ਨੇ ਉਹ ਜਿਹੜੀਆਂ ਉਹਦੇ ਪਲਕਾਂ ਤੀਰਾਂ ਵਾਂਗ ਨੇ, ਭਵਾਂ ਕਮਾਨਾਂ ਦੀ ਤਰ੍ਹਾਂ ਨੇ। ਠੀਕ ਹੈ। ਦੰਦ ਚੰਬੇ ਦੀਆਂ ਕਲੀਆਂ ਵਰਗੇ ਚਿੱਟੇ ਨੇ। ਨਾਜ਼ੁਕ ਬਦਨ ਸੁਰਾਹੀ ਗਰਦਨ ਉਂਗਲੀਆਂ ਜੂ ਫਲੀਆਂ। ਵੀ ਨਾਜ਼ੁਕ ਬਦਨ ਹੈ, ਗਰਦਨ ਸੁਰਾਹੀ ਹੈ, ਉਂਗਲੀਆਂ ਜਿਵੇਂ ਫਲੀਆਂ ਹੁੰਦੀਆਂ ਨੇ। ਠੋਡੀ ਸੇਬ ਅਲਫ ਜੋ ਬਿੰਨੀ ਲੌਂਗ ਅਨਾਬ ਸਮਾਵੇ। ਉਸਦੀ ਠੋਡੀ ਸੇਬ ਵਰਗੀ ਹੈ। ਨੱਕ ਉਸਦਾ ਤਿੱਖਾ ਅਲਫ ਵਰਗਾ ਹੈ। ਠੀਕ ਹੈ। ਉਸਦੇ ਵਿੱਚ ਲੌਂਗ ਬਹੁਤ ਸੋਹਣਾ ਲੱਗ ਰਿਹਾ ਹੈ। ਗੁਲ ਲਾਲੇ ਤੋਂ ਰੰਗ ਸਵਾਇਆ ਦੇਖ ਪਰੀ ਸ਼ਰਮਾਵੇ। ਉਸਦਾ ਰੰਗ ਇੰਨਾ ਸੋਹਣਾ ਹੈ ਵੀ ਪਰੀਆਂ ਵੀ ਉਸਦਾ ਰੂਪ ਦੇਖ ਕੇ ਸ਼ਰਮਾ ਜਾਂਦੀਆਂ ਨੇ। ਜ਼ੁਲਫਾਂ ਪੇਚ ਪਾਏ ਰੁੱਖ ਉੱਤੇ
ਵਾਂਗੂ ਕਾਲਿਆ ਨਾਗਾ, ਜਿਵੇਂ ਕਾਲੇ ਨਾਗਾ ਨੇ ਰੁੱਖ ਦੇ ਉੱਪਰ ਵਲ ਪਾਇਆ ਹੁੰਦਾ ਨਾ, ਜ਼ੁਲਫਾਂ ਨੇ ਇਸ ਤਰ੍ਹਾਂ ਵਲ ਪਾਏ ਹੋਏ ਸਨ। ਹੁਸਨ ਜ਼ੁਲੈਖਾ ਓੜਕ ਨਾਹੀ, ਜੇ ਸੌ ਲਿਖੀ ਕਾਗਾ। ਪਿੰਡਾ ਮਖਮਲ ਪਸ਼ਮ ਸੁਹੇਂਦੀ, ਚੰਨਣ ਵੰਨੀ ਕਾਇਆ। ਜਾ ਤੱਕ ਅਦਬ ਨਾ ਹੋਵੇ ਜ਼ਰਾ, ਸ਼ਰੇ ਲਿਖ ਰਖਾਈਆਂ। ਠੀਕ ਹੈ ਨਾ। ਉਹ ਕਹਿੰਦੇ ਵੀ ਇੰਨੀ ਜ਼ਿਆਦਾ ਸੋਹਣੀ ਹੁੰਦੀ ਆ ਉਹ, ਜ਼ੁਲੈਖਾ ਦੇ ਹੁਸਨ ਦੀ ਤਾਰੀਫ ਵਿੱਚ ਭਾਵੇਂ 100 ਕਾਗਜ਼ ਲਿਖੇ ਜਾਣ ਤਾਂ ਵੀ ਉਸਦੇ ਹੁਸਨ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ। ਉਸਦਾ ਪਿੰਡਾ ਮਖਮਲ ਅਤੇ ਰੇਸ਼ਮ ਵਾਂਗ ਚਮਕੀਲਾ ਸੀ ਅਤੇ ਉਸਦਾ ਸਰੀਰ ਚੰਦਨ ਵਰਗਾ ਸੋਹਣਾ ਅਤੇ ਖੁਸ਼ਬੂਦਾਰ ਸੀ। ਕਵੀ ਕਹਿੰਦਾ ਹੈ ਕਿ ਜੇਕਰ ਮੇਰੇ ਦਿਲ ਵਿੱਚ ਜ਼ਰਾ ਕੁ ਸਦਾਚਾਰ ਨਾ ਹੋਵੇ ਤਾਂ ਮੈਂ ਸਭ ਕੁਝ ਸਪਸ਼ਟ ਲਿਖ ਕੇ ਦੱਸ ਦੇਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਅੱਗੇ ਆ ਗਿਆ ਬੱਚੋ ਜ਼ੁਲੈਖਾ ਦਾ 7 ਛੱਤਾਂ ਮਹਿਲ ਬਣਵਾਉਣਾ। ਦਾਈ ਫਿਕਰ ਦਲੀਲਾਂ ਕਰਕੇ 7 ਮਹਿਲ ਬਣਾਏ, ਹਰ ਹਰ ਵਿੱਚ ਜ਼ੁਲੈਖਾ ਯੂਸਫ ਕੰਧਾਂ ਨਾਲ ਲਿਖਾਏ। ਜ਼ੁਲੈਖਾ ਦੇ ਬਿਰਹਾ ਦੇ ਦੁੱਖ ਨੂੰ ਦੇਖ ਕੇ ਦਾਈ ਨੇ ਡੂੰਘੀ ਸੋਚ ਵਿਚਾਰ ਕੀਤੀ। ਠੀਕ ਹੈ ਨਾ। ਅਤੇ ਉਸ ਦੁਆਰਾ ਕਰਕੇ 7 ਮਹਿਲ ਬਣਵਾਇਆ ਗਿਆ। ਠੀਕ ਹੈ ਨਾ। ਅਤੇ ਹਰ ਇੱਕ ਕੰਧ ਉੱਤੇ ਜ਼ੁਲੈਖਾ ਅਤੇ ਯੂਸਫ ਦਾ ਨਾਂ ਲਿਖਵਾ ਦਿੱਤਾ। ਜਾਂ ਨਕਸ਼ ਨਿਹਾਰ ਮੁਰੱਤਬ ਹੋਇਆ, ਤਿਸੀ ਫਰਸ਼ ਵਿਛਾਏ, ਰੱਤਾ ਪਲੰਗ ਸਫੇਦ ਨਿਹਾਲੀ, ਦੋਹਰੇ ਤਕੀਏ ਲਾਏ। ਨਕਸ਼ ਨਿਹਾਰ ਸੋਹਣੀ ਸਜਾਵਟ ਦਾ ਕੰਮ, ਮੁਰੱਤਬ ਕੀ ਹੁੰਦਾ ਬੱਚਿਓ ਪੂਰਾ, ਤਿਸੀ ਤੁਸੀਂ, ਖੁਰਾਸਾਨ ਦੇ ਨਿਰਾਲੀ ਨਿਹਾਰੀ, ਅਤੇ ਨਿਹਾਲੀ ਦਾ ਮਤਲਬ ਕੀ ਹੁੰਦਾ ਰਜਾਈ। ਜਦੋਂ ਮਹਿਲ ਦੀ ਸਜਾਵਟ ਦਾ ਕੰਮ ਪੂਰਾ ਹੋ ਗਿਆ ਤਾਂ ਉਸ ਥਾਂ ਉੱਤੇ ਖੁਰਾਸਾਨੀ ਗਲੀਚੇ ਵਿਛਾਏ ਗਏ। ਫਿਰ ਫਰਸ਼ਾਂ ਉੱਤੇ ਲਾਲ ਪਲੰਗ ਉੱਤੇ ਚਿੱਟੀ ਰਜਾਈ ਰੱਖ ਕੇ ਦੋਹਰੇ ਤਕੀਏ ਲਾ ਦਿੱਤੇ ਗਏ। ਉਂਗਲ ਪਕੜ ਜ਼ੁਲੈਖਾ ਆਂਦਾ ਯੂਸਫ ਨਾਲ ਬਹਾਨੇ, ਉਹ ਲੰਘ ਗਏ ਦਰਵਾਜ਼ੇ ਸੱਤੇ, ਮੋਕਮ ਕੁਫਲ ਦਿੱਤਾ ਨੇ। ਠੀਕ ਹੈ ਨਾ। ਅਤੇ ਮੋਕਮ ਦਾ ਮਤਲਬ ਕੀ ਹੁੰਦਾ ਬੱਚਿਓ, ਮੋਕਮ ਆਪਾਂ ਕਹਿੰਦੇ ਪੱਕਾ, ਕੁਫਲ ਜਿੰਦਰਾ। ਠੀਕ ਹੈ। ਉਹ ਯੂਸਫ ਨੂੰ ਲੈ ਕੇ ਆ ਗਈ ਸੀ ਉਂਗਲ ਫੜ ਕੇ ਬਹਾਨੇ ਨਾਲ, ਅਤੇ ਸੱਤੇ ਦਰਵਾਜ਼ੇ ਲੰਘ ਕੇ ਅਤੇ ਬਾਹਰ ਪੱਕਾ ਜਿੰਦਰਾ ਲਵਾ ਦਿੱਤਾ ਸੀ। ਸੂਹੀਆਂ ਸਾਵੀਆਂ ਅੰਬਰ ਚੁੰਨੀਆਂ, ਗੁੱਲ ਨਰਗਸ ਚੜ੍ਹ ਲਾਇਆ, ਯੂਸਫ ਆਤਿਸ਼ ਬਦਨ ਜ਼ੁਲੈਖਾ, ਤੇਲ ਸ਼ਿੰਗਾਰ ਪਾਇਆ। ਤਾਂ ਫਿਰ ਕੀ ਹੋਇਆ ਉਸ ਤੋਂ ਬਾਅਦ, ਅੰਬਰ ਕੀ ਹੁੰਦਾ ਬੱਚੋ ਅਸਮਾਨੀ ਹਲਕਾ ਨੀਲਾ ਹੈ ਨਾ, ਗੁੱਲ ਫੁੱਲ, ਆਤਿਸ਼ ਕੀ ਹੁੰਦੀ ਹੈ ਅੱਗ, ਬਦਨ ਸਰੀਰ। ਠੀਕ ਹੈ। ਤਾਂ ਫਿਰ ਮਹਿਲ ਲਾਲ ਹਰੀਆਂ ਅਤੇ ਅੰਬਾਰੀ ਰੰਗ ਦੀਆਂ ਚੁੰਨੀਆਂ ਵਰਗੇ ਕੱਪੜਿਆਂ ਨਾਲ ਸਜਿਆ ਹੋਇਆ ਸੀ ਅਤੇ ਉੱਥੇ ਨਰਗਸ ਦੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਜ਼ੁਲੈਖਾ ਦੇ ਸਰੀਰ ਨੂੰ ਯੂਸਫ ਦੇ ਇਸ਼ਕ ਦੀ ਅੱਗ ਲੱਗੀ ਹੋਈ ਸੀ। ਉਸ ਦੇ ਸ਼ਿੰਗਾਰ ਨੇ ਉਸ ਵਿੱਚ ਤੇਲ ਪਾ ਕੇ ਉਸ ਨੂੰ ਹੋਰ ਭੜਕਾ ਦਿੱਤਾ। ਯੂਸਫ ਦਾ ਸ਼ਿਕਾਰ ਖੇਡਣ ਚੜ੍ਹਨਾ। ਇੱਕ ਦਿਨ ਕਸਦ ਸ਼ਿਕਾਰੋਂ ਯੂਸਫ, ਘੋੜਾ ਫੇਰ ਮੰਗਾਇਆ, ਸੁਣ ਕਰ ਬੀਬੀ ਦਰ ਮਿਸਰ ਸ਼ਹਿਰ ਦੇ, ਡੇਰਾ ਆਣ ਸਜਾਇਆ। ਠੀਕ ਹੈ ਨਾ। ਤਾਂ ਫਿਰ ਇੱਕ ਦਿਨ ਯੂਸਫ ਦੇ ਮਨ ਵਿੱਚ ਸ਼ਿਕਾਰ ਲਈ ਜਾਣ ਦੀ ਇੱਛਾ ਪੈਦਾ ਹੋਈ ਅਤੇ ਉਸਨੇ ਆਪਣਾ ਘੋੜਾ ਮੰਗਵਾ ਲਿਆ। ਇਹ ਗੱਲ ਬੀਬੀ ਜ਼ੁਲੈਖਾ ਨੂੰ ਵੀ ਪਤਾ ਲੱਗੀ ਅਤੇ ਉਸਨੇ ਮਿਸਰ ਸ਼ਹਿਰ ਦੇ ਦਰਵਾਜ਼ੇ ਉੱਤੇ ਆ ਕੇ ਡੇਰਾ ਲਾ ਲਿਆ। ਤਨ ਫਤੂਤ ਜ਼ਈਫੀ ਪੀਰੀ, ਉੜ ਕੇ ਦੂਰੀ ਹੋਈ, ਅੱਖੀ ਲੋਨਾ ਦੰਦ ਮੁਹੇ ਵਿੱਚ, ਡਿੱਗਦੀ ਆਣ ਖਲੋਈ। ਉਸਦਾ ਸਰੀਰ ਕੁੱਬਾ ਹੋ ਗਿਆ ਸੀ, ਉਹ ਬੁਢਾਪੇ ਨਾਲ ਕਮਜ਼ੋਰ ਹੋ ਚੁੱਕੀ ਸੀ ਅਤੇ ਉਹ ਝੁੱਕ ਕੇ ਦੂਰੀ ਹੋਈ ਪਈ ਸੀ। ਨਾ ਉਸਨੂੰ ਅੱਖਾਂ ਤੋਂ ਦਿੰਦਾ ਸੀ ਅਤੇ ਨਾ ਹੀ ਮੂੰਹ ਵਿੱਚ ਦੰਦ ਸਨ। ਠੀਕ ਹੈ। ਤਾਂ ਪੀਰੀ ਕੀ ਹੁੰਦਾ ਬੱਚਿਓ ਬਜ਼ੁਰਗ ਹੋ ਗਏ। ਠੀਕ ਹੈ। ਜੈਫੀ ਕੀ ਹੁੰਦਾ ਕਮਜ਼ੋਰੀ, ਉੜ ਕੇ ਝੁੱਕ ਕੇ। ਠੀਕ ਹੈ। ਤਾਂ ਫਿਰ ਫੌਜਾਂ ਆਵਣ ਲੰਘ ਲੰਘ ਜਾਵਣ, ਆਈ ਖਾਸ ਸਵਾਰੀ, ਦੋਵੇਂ ਦਸਤ ਉਠਾਈ ਜ਼ੁਲੈਖਾ, ਕੀਤੀ ਗਿਰਿਆ ਜਾਰੀ। ਠੀਕ ਹੈ। ਫੌਜਾਂ ਆਉਂਦੀਆਂ ਲੰਘਦੀਆਂ ਜਾਂਦੀਆਂ ਅਤੇ ਅੰਤ ਯੂਸਫ ਦੀ ਸਵਾਰੀ ਆ ਗਈ। ਜ਼ੁਲੈਖਾ ਨੇ ਦੋਵੇਂ ਹੱਥ ਖੜ੍ਹੇ ਕਰਕੇ ਰੋ ਰੋ ਕੇ ਫਰਿਆਦ ਕੀਤੀ। ਠੀਕ ਹੈ। ਬੇਨਤੀ ਕੀਤੀ। ਨਾਰਾ ਮਾਰੇ ਦਰਦ ਪੁਕਾਰੇ, ਕੁੱਕੇ ਖੁੱਲੀ ਬਾਹੀਂ, ਮੈਂ ਲੰਘ ਅਗਾਹਾਂ, ਗੁਜ਼ਰੀ ਯੂਸਫ ਸਮਝ ਕਦਾਹੀਂ। ਤਾਂ ਯੂਸਫ ਦੀ ਸਵਾਰੀ ਲੰਘਦੀ ਦੇਖ ਕੇ ਜ਼ੁਲੈਖਾ ਬਾਹਾਂ ਖੜ੍ਹੀਆਂ ਕਰਕੇ ਉੱਚੀ ਉੱਚੀ ਬੋਲ ਰਹੀ ਸੀ ਅਤੇ ਦਰਦ ਭਰੀਆਂ ਆਵਾਜ਼ਾਂ ਕੱਢਦੀ ਹੋਈ ਕਹਿ ਰਹੀ ਸੀ ਕਿ ਮੈਂ ਤੇਰੇ ਵਿਛੋੜੇ ਦੇ ਦੁੱਖ ਕਾਰਨ ਮੌਤ ਤੋਂ ਵੀ ਅੱਗੇ ਲੰਘ ਚੁੱਕੀ ਹਾਂ, ਪਰ ਤੂੰ ਕਿਸੇ ਤਰ੍ਹਾਂ ਤਾਂ ਮੇਰੇ ਦੁੱਖ ਨੂੰ ਸਮਝ। ਕਦ ਅਲਫ ਜੋ ਆਹਾ ਮੇਰਾ, ਜੀਮ ਕੀਤਾ ਗਮ ਤੇਰੇ, ਪੁਰ ਕਰ ਕੈਬਰ ਲਾਇਆ ਯੂਸਫ, ਬੈਠਾ ਸੀਨੇ ਮੇਰੇ। ਬੱਚਿਓ ਅਲਫ ਅਤੇ ਜੀਮ ਇਹ
ਉਰਦੂ ਫਾਰਸੀ ਵਰਨਮਾਲਾ ਦੇ ਅੱਖਰ ਨੇ, ਠੀਕ ਹੈ ਨਾ। ਵੀ ਮੇਰਾ ਕੱਦ ਅਲਫ ਵਰਗਾ ਉੱਚਾ ਲੰਮਾ ਸਿੱਧਾ ਸੀ, ਉਸ ਨੂੰ ਤੇਰੇ ਗਮ ਨੇ ਝੁਕਾ ਦਿੱਤਾ, ਜੀਮ ਅੱਖਰ ਵਰਗਾ ਬਣਾ ਦਿੱਤਾ। ਹੇ ਯੂਸਫ, ਤੂੰ ਇਸ਼ਕ ਦਾ ਤੀਰ ਅਜਿਹਾ ਭਰ ਕੇ ਲਾਇਆ ਕਿ ਉਹ ਮੇਰੀ ਛਾਤੀ ਦੇ ਵਿੱਚ ਧੱਸ ਗਿਆ। ਕਾਫਲੇ ਵਾਲਿਆਂ ਦਾ ਆਉਣਾ ਤੇ ਯੂਸਫ ਨੂੰ ਖੂਹ ਵਿੱਚੋਂ ਕੱਢਣਾ। ਖੂਹੇ ਅੰਦਰ ਤ੍ਰੈ ਦਿਓ ਰਾਤੀ, ਯੂਸਫ ਬੈਠ ਲੰਘਾਏ, ਹੋਇਆ ਕਰਮ ਰੱਬੇ ਦਾ ਜ਼ਾਹਿਰ, ਸਹਿ ਕਰਵਾਨੀ ਆਏ, ਠੀਕ ਹੈ ਨਾ। ਤਾਂ ਕਰਮ ਕੀ ਹੁੰਦਾ ਬੱਚੋ? ਮਿਹਰ ਕਰਵਾਨੀ ਕਾਫਲੇ ਵਾਲੇ। ਤਾਂ ਉਹ ਕਹਿੰਦੇ ਨੇ ਯੂਸਫ ਨੇ ਖੂਹ ਦੇ ਅੰਦਰ 3 ਦਿਨ ਤੇ 3 ਰਾਤਾਂ ਗੁਜ਼ਾਰੀਆਂ। ਰੱਬ ਦੀ ਮਿਹਰ ਪ੍ਰਤੱਖ ਹੋਈ ਤੇ ਉੱਥੇ ਸੈਂਕੜੇ ਕਾਫਲੇ ਵਾਲੇ ਆ ਗਏ। ਉਹਨਾਂ ਆਇਆ ਨਜ਼ਰ ਉਠਾਂ ਦਾ ਚਾਰਾ, ਖੂਹ ਡਿੱਠੋ ਨੇ ਪਾਣੀ, ਗਿਰਦ ਬਗਿਰਦੇ ਖੂਹ ਕਿਨਾਰੇ, ਮੱਲ ਲੱਥੇ ਕਰਵਾਨੀ। ਉਹਨਾਂ ਨੇ ਉਠਾਂ ਦਾ ਚਾਰਾ ਤੇ ਪਾਣੀ ਲਈ ਖੂਹ ਦੇਖਿਆ। ਕਾਫਲੇ ਵਾਲਿਆਂ ਨੇ ਖੂਹ ਦੇ ਦੁਆਲੇ ਡੇਰਾ ਲਾ ਲਿਆ, ਠੀਕ ਹੈ। ਜਿੰਨਾ ਸੀ ਦਰਵਾਇਸ਼ ਪਾਣੀ, ਬੋਕਾ ਖੂਹ ਵਗਾਇਆ, ਜਬਰਾਇਲ ਚਲਾਕੀ ਕਰਕੇ ਯੂਸਫ ਵਿੱਚ ਬਹਾਇਆ। ਤਾਂ ਬੋਕਾ ਕੀ ਹੁੰਦਾ? ਚਮੜੇ ਦਾ ਡੋਲ ਬੱਚੋ, ਠੀਕ ਹੈ। ਜਿਨ੍ਹਾਂ ਨੂੰ ਪਾਣੀ ਦੀ ਲੋੜ ਸੀ ਉਹਨਾਂ ਨੇ ਚਮੜੇ ਦਾ ਡੋਲ ਖੂਹ ਵਿੱਚ ਲਮਕਾ ਦਿੱਤਾ। ਜਬਰਾਇਲ ਜਿਹੜਾ ਫਰਿਸ਼ਤਾ ਸੀ ਉਸਨੇ ਚਲਾਕੀ ਕਰਕੇ ਯੂਸਫ ਨੂੰ ਉਸ ਡੋਲ ਦੇ ਵਿੱਚ ਬਿਠਾ ਦਿੱਤਾ। ਕਿਤੇ ਜ਼ੋਰ ਨਾ ਹਿੱਲੇ ਬੋਕਾ, ਅਜਬ ਤਮਾਸ਼ਾ ਬਣਿਆ, ਚੱਲ ਕੇ ਜਮ੍ਹਾਂ ਹੋਏ ਕਰਵਾਨੀ, ਜ਼ੋਰ ਕੀਤਾ ਦੇ ਜਣਿਆ। ਤਾਂ ਜਦੋਂ ਉਹਦੇ ਵਿੱਚ ਬੈਠਾ ਸੀ ਯੂਸਫ, ਬਹੁਤ ਜ਼ੋਰ ਲਗਾ ਰਹੀ ਸੀ ਬੱਚੋ, ਬਾਹਰ ਨਹੀਂ ਸੀ ਆ ਰਿਹਾ। ਤਾਂ ਫਿਰ ਉਹਨਾਂ ਨੇ ਦੇਖਿਆ ਵੀ ਕੀ ਸਮੱਸਿਆ ਕੀ ਹੈ, ਤਾਂ ਫਿਰ ਉਹਨਾਂ ਨੇ 10 ਜਣਿਆਂ ਨੇ ਰਲ ਕੇ ਜ਼ੋਰ ਲਾਇਆ। ਹੁਣ ਜਿਉਂ ਬੋਕਾ ਨੇੜੇ ਆਵੇ, ਲੋਏ ਖੂਹ ਇਹ ਵਿੱਚ ਲੱਗੇ, ਠੀਕ ਹੈ ਨਾ। ਹੁਣ ਜਿਵੇਂ ਬੋਕਾ ਨੇੜੇ ਆਉਂਦਾ ਹੈ ਤਿਉਂ ਖੂਹ ਵਿੱਚ ਰੌਸ਼ਨੀ ਹੁੰਦੀ ਜਾਂਦੀ ਹੈ। ਲੋਏ ਦਾ ਮਤਲਬ ਕੀ ਹੁੰਦਾ? ਰੌਸ਼ਨੀ, ਲੋਏ ਕਹਿ ਦਿੱਤਾ ਜਾਂਦਾ। ਵੇਖ ਹੋਏ ਮੁਥੱਈਰ ਸਾਰੇ, ਭੱਜ ਭੱਜ ਹੋਵਣ ਅੱਗੇ, ਐਸੀ ਕੁਦਰਤ ਤੇਰੀ ਥੀ ਕੁਰਬਾਨੀ, ਹੋਈ ਯਾਰ ਖੁਦਾਇਆ। ਇਹ ਤਾਂ ਚੰਨ ਅਸਮਾਨੀ, ਆਹਾ ਖੂਹੇ ਵਿੱਚ ਕਿਨ ਪਾਇਆ। ਤਾਂ ਉਹ ਵੇਖ ਕੇ ਹੈਰਾਨ ਹੋਏ, ਭੱਜ ਕੇ ਦੇਖਣ ਲੱਗੇ ਕਿ ਜਦੋਂ ਉਹਨਾਂ ਨੇ ਯੂਸਫ ਨੂੰ ਦੇਖਿਆ ਤਾਂ ਹੈਰਾਨ ਹੋ ਕੇ ਕਹਿਣ ਲੱਗੇ, ਹੇ ਪਿਆਰੇ ਰੱਬਾ, ਠੀਕ ਹੈ, ਅਸੀਂ ਤੇਰੀ ਕੁਦਰਤ ਤੋਂ ਕੁਰਬਾਨ ਜਾਂਦੇ ਹਾਂ। ਯੂਸਫ ਦੀ ਸੁੰਦਰਤਾ ਨੂੰ ਦੇਖ ਕੇ ਉਹ ਕਹਿਣ ਲੱਗੇ ਕਿ ਇਹ ਤਾਂ ਅਸਮਾਨ ਦਾ ਚੰਨ ਹੈ, ਇਸ ਨੂੰ ਖੂਹ ਵਿੱਚ ਕਿਸ ਨੇ ਪਾ ਦਿੱਤਾ। ਸੋ ਇਹ ਸੀ ਬੱਚੋ ਆਪਣੀ ਵਿਆਖਿਆ। ਤਾਂ ਬੱਚੋ ਇਹਨਾਂ ਦੇ ਜਿਹੜੇ ਕੇਂਦਰੀ ਭਾਵ ਨੇ ਨਾ, ਉਹ ਕੇਂਦਰੀ ਭਾਵ ਜਿਵੇਂ ਆਪਾਂ ਵਿਆਖਿਆ ਕੀਤੇ ਨੇ, ਵਿਆਖਿਆ ਦੇ ਹਿਸਾਬ ਨਾਲ ਹੀ ਆਉਣਗੇ। ਉਹ ਹਰ ਇੱਕ ਬੰਦ ਦੇ ਵਿੱਚੋਂ ਆ ਸਕਦਾ ਕੇਂਦਰੀ ਭਾਵ, ਉਹ ਵਿਆਖਿਆ ਇੱਕ ਤਰ੍ਹਾਂ ਨਾਲ ਉਹਨਾਂ ਦਾ ਕੇਂਦਰੀ ਭਾਵ ਹੈ, ਠੀਕ ਹੈ ਨਾ। ਤੇ ਬਸ ਆਪਾਂ ਉਂਝ ਕਹਿ ਸਕਦੇ ਹਾਂ, ਸ਼ੁਰੂ ਦੇ ਵਿੱਚ ਲਿਖ ਸਕਦੇ ਹਾਂ ਵੀ ਜਿਹੜਾ ਹਾਫਿਜ਼ ਬਰਖੁਰਦਾਰ ਨੇ ਲਿਖਿਆ ਕਿੱਸਾ ਕਾਵਿ ਦੇ ਵਿੱਚ ਦਰਜ ਹੈ ਇਹ ਯੂਸਫ ਤੇ ਜ਼ੁਲੈਖਾ, ਉਹਦਾ ਸਿਰਲੇਖ ਦੇ ਕੇ ਫਿਰ ਆਪਾਂ ਦੱਸ ਸਕਦੇ ਹਾਂ ਵੀ ਇਸ ਦੇ ਵਿੱਚ ਇਹ ਆ। ਉਹ ਵਿਆਖਿਆ ਨੂੰ ਤੁਸੀਂ ਬੜੇ ਗੌਰ ਨਾਲ ਸੁਣਨਾ, ਠੀਕ ਹੈ। ਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਹਾਫਿਜ਼ ਬਰਖੁਰਦਾਰ ਦਾ ਪ੍ਰਸਿੱਧ ਕਿੱਸਾ ਕਿਹੜਾ ਹੈ? ਕਿੱਸਾ ਯੂਸਫ ਜ਼ੁਲੈਖਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਆ ਗਿਆ ਬੱਚੋ ਯੂਸਫ ਜ਼ੁਲੈਖਾ ਦਾ ਕਿਹਨਾਂ ਨੇ ਲਿਖਿਆ ਹੈ? ਉਹ ਹਾਫਿਜ਼ ਬਰਖੁਰਦਾਰ ਨੇ। ਕਿਹੜੇ ਉਹਦੇ ਵਿੱਚ ਆ? ਭਾਗ ਦੇ ਵਿੱਚ, ਕਿੱਸਾ ਕਾਵਿ ਦੇ ਵਿੱਚ ਹੈ, ਠੀਕ ਹੈ। ਤੇ ਯੂਸਫ ਜ਼ੁਲੈਖਾ ਦੀ ਪ੍ਰੀਤ ਕਹਾਣੀ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ? ਹਾਫਿਜ਼ ਬਰਖੁਰਦਾਰ ਨੇ, ਠੀਕ ਹੈ। ਹਾਫਿਜ਼ ਬਰਖੁਰਦਾਰ ਨੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ? ਯੂਸਫ ਜ਼ੁਲੈਖਾ। ਇਸ ਦੇ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਨ ਆਉਂਦਾ ਬੱਚੇ ਤੁਸੀਂ ਇਹੀ ਲਿਖਣਾ, ਠੀਕ ਹੈ। ਲੇਖਕ ਉਹੀ ਹੈ ਤੇ ਰਚਨਾ ਉਹੀ ਹੈ। ਜਿਵੇਂ ਵੀ ਘੁਮਾ ਕੇ ਪ੍ਰਸ਼ਨ ਪੁੱਛਦੇ ਨੇ ਬਾਰੇ ਤੁਸੀਂ ਇੱਦਾਂ ਹੀ ਲਿਖਣਾ, ਠੀਕ ਹੈ। ਤੇ ਉਸ ਤੋਂ ਬਾਅਦ ਆ ਗਿਆ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਹਾਫਿਜ਼ ਬਰਖੁਰਦਾਰ ਦੇ ਰਚੇ ਕਿਸੇ ਕਾਵਿ ਦਾ ਨਾਂ ਲਿਖੋ। ਦੇਖੋ ਅਲੱਗ-ਅਲੱਗ ਪ੍ਰਸ਼ਨ ਨੇ। ਯੂਸਫ ਦੀ ਖੂਬਸੂਰਤੀ ਦੀ ਪ੍ਰਸ਼ੰਸਾ, ਇੱਕ ਦਾ ਨਾਂ ਲਿਖ ਦਿਓ। ਫਿਰ ਉਸ ਤੋਂ ਬਾਅਦ ਆ ਗਿਆ ਕਿੱਥੋਂ ਦੀਆਂ ਔਰਤਾਂ ਯੂਸਫ ਨੂੰ ਦੇਖ ਕੇ ਸੁੱਧ-ਬੁੱਧ ਖੁਆ ਬੈਠੀਆਂ ਸਨ? ਮਿਸਰ ਦੀਆਂ, ਠੀਕ ਹੈ। ਤੇ ਜ਼ੁਲੈਖਾ ਦਾ ਮਹਿਲ ਕਿੰਨੀਆਂ ਛੱਤਾਂ ਦਾ ਸੀ? 7 ਛੱਤਾਂ। ਮਹਿਲ ਦੀਆਂ ਕੰਧਾਂ ਉੱਤੇ ਕੀ ਲਿਖਿਆ ਹੋਇਆ ਸੀ? ਯੂਸਫ ਜ਼ੁਲੈਖਾ। ਇੱਕ ਦਿਨ ਯੂਸਫ ਨੇ ਸ਼ਿਕਾਰ ਖੇਡਣ ਲਈ ਕੀ ਮੰਗਵਾਇਆ? ਘੋੜਾ। ਯੂਸਫ ਘੋੜਾ ਲੈ ਕੇ ਕੀ ਕਰਨ ਲਈ ਜਾਂਦਾ ਹੈ? ਸ਼ਿਕਾਰ ਖੇਡਣ ਲਈ। ਕਿਸੇ ਅਨੁਸਾਰ ਯੂਸਫ 3 ਦਿਨ ਰਾਤ ਕਿੱਥੇ ਲੰਘਾਉਂਦਾ ਹੈ? ਖੂਹ ਵਿੱਚ। ਯੂਸਫ ਨੂੰ ਖੂਹ ਵਿੱਚੋਂ ਕੌਣ ਕੱਢਦੇ ਹਨ? ਕਾਫਲੇ ਵਾਲੇ। ਕਿਸ ਨੇ ਚਲਾਕੀ ਕਰਕੇ ਬੋਕੇ ਵਿੱਚ ਯੂਸਫ ਨੂੰ ਬਿਠਾ ਦਿੱਤਾ? ਜਬਰਾਇਲ ਨੇ। ਬੋਕੇ ਦੇ ਨੇੜੇ ਆਉਣ ਨਾਲ ਖੂਹ ਵਿੱਚ ਕੀ ਹੋਇਆ? ਰੋਸ਼ਨੀ। ਕਿੱਸਾ ਯੂਸਫ ਜ਼ੁਲੈਖਾ ਕਿਸ ਦੇਸ਼ ਨਾਲ ਸੰਬੰਧਿਤ ਹੈ? ਮਿਸਰ ਨਾਲ। ਹਾਫਿਜ਼ ਬਰਖੁਰਦਾਰ ਕਿਸ ਕਾਵਿਧਾਰਾ ਦਾ ਕਵੀ ਹੈ? ਕਿੱਸਾ ਕਾਵਿਧਾਰਾ। ਠੀਕ ਗੱਲ ਤਾਂ ਦੱਸੋ ਬੱਚੋ। ਯੂਸਫ ਜ਼ੁਲੈਖਾ ਦਾ ਕਿੱਸਾ ਹਾਫਿਜ਼ ਬਰਖੁਰਦਾਰ ਨੇ ਲਿਖਿਆ? ਹਾਂਜੀ।
यूसुफ ਦਾ ਸਾਹਿਬਾ ਨਾਲ ਪਿਆਰ ਸੀ, ਗਲਤ। ਜਬਰਾਇਲ ਨੇ ਚਲਾਕੀ ਨਾਲ ਯੂਸੁਫ ਨੂੰ ਬੋਕੇ ਵਿੱਚ ਬਿਠਾ ਦਿੱਤਾ, ਬਿਲਕੁਲ ਠੀਕ ਆ। ਸੋ ਬੱਚਿਓ ਇਹ ਸੀ ਕਿੱਸਾ ਯੂਸੁਫ ਤੇ ਜ਼ੁਲੈਖਾ ਦਾ, ਠੀਕ ਆ। ਅਤੇ ਉਮੀਦ ਹੈ ਕਿ ਤੁਹਾਨੂੰ ਬੜਾ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਬੱਚਿਓ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।